कमी नहीं माल लवो उन्होंने वेचो ना 10 बकरियां हो ना तो 10 बकरियां बाहर के मुल्क जिन्हें कमाई कर दी उन्हें बच्चे पालो अल्लाह रहम करे तंदुरुस्ती दे ते सेहत दे ते कोई कमी नहीं जी जी हाँ जी तो जे उसने मार मूर छड़ियाँ पाने ही कख नहीं तो फिर लेना की है कणक नहीं माड़ी गर्म होंगी तो ना कुछ ये माल नू कुछ नहीं होंदा ਅਸੀਂ ਐਵੇਂ ਗੱਲਾਂ ਕੋਲੇ ਵੀ ਨਾਲ ਲਿਆ ਗਰਮੀ ਹੈ ਇਹ ਹੋ ਜਾਏਗਾ जी जी ਤੇ ਜਦੋਂ ਦਿਨ ਮਾੜੇ ਹੋਣ ਤੇ ਸਭ ਕੁਝ ਹੋ ਜਾਂਦਾ सब कुछ नहीं आता जी जो किस्मत चो फिर हो के ਅੱਛੇ ਹੋਣ ਤੇ ਸਭ ਕੁਝ ਅੱਛਾ ਹੈ ਜੇ ਕਿਸੇ ਨੂੰ ਕੰਡਾ ਚੁੱਭਦਾ ਤੇ ਟੀਕਾ ਜੇ ਢਿੱਡ ਪੀੜਾ ਟੀਕਾ ਸਿਰ ਪੀੜਾ ਟੀਕਾ अस्सलाम वालेकुम ਵਾਲੇਕਮ ਸਲਾਮ ਜੀ सर की हाल है ਖੈਰ ਰਾਜੀ ਸ਼ੁਕਰ ਹੈ ਤੁਸੀਂ ਸੁਣਾਓ ਅਲਹਮਦੁਲਿਲਾ जी अल्लाह पाक दा बहुत शुक्र है जनाब दा की नाम है ਅਕਬਾਲ इकबाल साहब पिंड केड़ा जे ਮੁੱਲਾ ਚੱਕ जिला ਨਾਰੋਵਾਲ ठीक है जिला नारोवाल ते तहसील जफरवाल ठीक है माशाल्लाह सर तुसी काफी तजर्बाकार हो बकरियां दे पूरे खिलाड़ी हो ਜੀ ਹਾਂ। ਤੁਹਾਡਾ ਬੱਕਰੀਆਂ ਪਾਲਣ ਦਾ ਕਿੰਨੇ ਸਾਲ ਦਾ ਤਜਰਬਾ ਹੈ ਮੇਰਾ ਮਤਲਬ ਹੈ, ਮੈਂ ਤੇ ਕੋਈ 80 90 ਸਾਲ ਤੋਂ ਉੱਤੇ ਹੋ ਗਿਆ ਤੇ ਬਚਪਨ ਤੋਂ ਬੱਕਰੀਆਂ ਚਾਲੀਆਂ ਮੈਂ ਸਾਡੇ ਪਿਓ ਦਾਦੇ ਜੀ, ਕੋਈ ਜੀ। ਮੈਂ ਜ਼ਿੰਦਗੀ 'ਚ ਬੱਕਰੀਆਂ ਚਾਲੀਆਂ ਕੋਈ ਕੰਮ ਨਹੀਂ ਕੀਤਾ ਠੀਕ ਹੈ ਮਾਸ਼ਾਅੱਲਾ ਹੁਣ ਤੁਹਾਡਾ ਸਾਹਿਬਜ਼ਾਦਾ ਬੂਟਾ ਸਾਹਿਬ ਬੂਟਾ ਉਹ ਵੀ ਪੂਰੇ ਖਿਲਾੜੀ ਹੋ ਗਏ ਨੇ ਬਿਲਕੁਲ। ਠੀਕ ਹੈ ਤੇ ਦੋਸਤਾਂ ਨੂੰ ਇਹ ਦੱਸੋ ਹਾਂ ਜਿਹੜਾ ਬੱਕਰੀਆਂ ਪਾਲਣ ਵਾਲਾ ਕੰਮ ਹੈ ਉਹ ਕਿਹੜੀ ਸਕੀਮ ਅਪਣਾਉਣ ਉਹ ਕਿੰਜਾ ਕੰਮ ਨੂੰ ਕਰਨ ਤੇ ਇਹਨਾਂ ਤੋਂ ਸਹੀ ਤਰੀਕੇ ਨਾਲ ਕਮਾਈ ਕੀਤੀ ਜਾ ਸਕਦੀ ਹੈ ਅੱਜ ਕੱਲ ਕਾਫੀ ਜ਼ਿਆਦਾ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਕਾਫੀ ਕਰਨਾ ਚਾਹੁੰਦੇ ਬਾਦਸ਼ਾਹ ਇਹਦੇ 'ਚ ਕੋਈ ਕਮੀ ਨਹੀਂ ਮਾਲ ਲਵੋ ਉਹਨੂੰ ਵੇਚੋ ਨਾ 10 ਬੱਕਰੀਆਂ ਹੋਣ ਨਾ ਤੇ 10 ਬੱਕਰੀਆਂ ਬਾਹਰ ਦੇ ਮੁਲਕ ਜਿੰਨੇ ਕਮਾਈ ਕਰਦੀਆਂ ਉਹਨਾਂ ਦੇ ਬੱਚੇ ਪਾਲੋ ਅੱਲਾਹ ਰਹਿਮ ਕਰੇ ਤੰਦੁਰੁਸਤੀ ਦੇ ਤੇ ਸਿਹਤ ਦੇ ਤੇ ਕੋਈ ਕਮੀ ਨਹੀਂ ਜੀ ਜੀ ਹਾਂਜੀ ਤੇ ਜੇ ਉੱਥੇ ਮਾਰ ਮੂਰ ਛੜੀਆਂ ਪਾਣੇ ਹੀ ਕੱਖ ਨਹੀਂ ਤੇ ਫਿਰ ਲੈਣਾ ਕੀ ਹੈ ਹਾਂ ਠੀਕ ਹੈ ਇਹਨਾਂ ਦੀ ਹਿਫਾਜ਼ਤ ਕਰ ਜਿੰਨੀ ਕਰਾਂਗੇ ਉਨੀ ਜ਼ਿਆਦਾ ਫਾਇਦਾ ਹੋਏਦਾ ਉਹਨਾਂ ਫਾਇਦਾ ਠੀਕ ਹੈ ਤੇ ਜੇ ਆਖੀਏ ਮੁੱਠ ਮੀਟ ਛੜੀ ਪਾਣੇ ਹੀ ਕੱਖ ਨਹੀਂ ਲੈਣਾ ਕੀ ਹੈ ਹਾਂ ਜੋ ਪਾਓ ਦੇ ਉਹੀ ਲਵੋ ਦੇ ਉਹ ਹੀ ਲਵੋ ਠੀਕ ਹੈ ਤੁਸੀਂ ਸਰ ਕਹਿ ਰਹੇ ਹੋ ਕਿ ਇਹਨਾਂ ਨੂੰ ਜਿਹੜਾ ਨਾ ਕਿ ਤੁਸੀਂ ਰੱਖੋ ਇਹ ਨਾਲੋਂ ਨਾਲ ਨਾ ਵੇਚੋ ਫਰਜ਼ ਕੀਤਾ ਕਿ ਅਗਰ 10 ਬੱਕਰੀਆਂ ਤੋਂ ਕੋਈ ਦੋਸਤ ਹੈ ਕੰਮ ਸ਼ੁਰੂ ਕਰਦਾ ਹੈ ਤੇ ਉਹ ਕਿੰਨਾ ਕਰਸਾ ਇਹਨਾਂ ਨੂੰ ਰੱਖੇ ਸਾਲ ਰੱਖੇ 2 ਸਾਲ ਰੱਖੇ ਫਿਰ ਸਾਲ ਚ ਵੀ ਇਨਸ਼ਾਅੱਲਾ ਬੇਬਾਗ ਆਮਦਨ ਹੋਈਂਦੀ ਹੈ ਇਹ ਸੂਬਾ ਸੂਬਨ ਹੈ ਤੇ ਇਨਸ਼ਾਅੱਲਾ ਕੋਈ 4 5 10 ਜੇਲੇ ਪਾ ਛੜੇ ਪੱਠਾ ਪਾਈਆਂ ਤੇ ਦੂਣੇ ਤਰੀਣੇ ਹੋ ਜਾਂਦੇ ਨੇ ਠੀਕ ਹੈ। ਤਾਂ ਬੱਕਰੀਆਂ ਦੇ ਮੁੱਲ ਨੂੰ ਬਹੁਤਾ ਵੱਧ ਜਾਂਦਾ ਕੰਮ ਹਾਂਜੀ ਇਹਨਾਂ 'ਚ ਭਾਂਡਾ ਲਿਆ ਕੇ ਵਾਲੇ ਦੁੱਧ ਪੀਣ ਬੱਚੇ ਸਾਲ ਦੇ ਨਾਲ ਜਵਾਨ ਹੋ ਜਾਂਦੇ ਨੇ ਸਾਲ ਦੇ ਵਿੱਚ ਪੱਠਾ ਸੂ ਬਣੀਆਂ ਨੇ ਤੇ ਜੇ ਪਾਣੀ ਹੀ ਕੱਖ ਨਹੀਂ ਦੁੱਧ ਚੋਲਣਾ ਪੀਹਣਾ ਤੇ ਉਹਨੇ ਕੀ ਦੇਣਾ ਅੱਛਾ ਯਾਨੀ ਕਿ ਫਿਰ ਸਕੀਮ ਹੈ ਹੋਣੀ ਚਾਹੀਦੀ ਕਿ ਜਿਹੜਾ ਦੁੱਧ ਦੇ ਬੱਕਰੀਆਂ ਦਾ ਉਹ ਘੱਟ ਸੇਲ ਕਰੋ ਬਲਕਿ ਨਾ ਹੀ ਸੇਲ ਕਰੋ ਬੱਚਿਆਂ ਨੂੰ ਪੀਣ ਦਿਓ ਹੱਕ ਵੀ ਉਹਨਾਂ ਦਾ ਹੀ ਬਣਦਾ ਹੈ ਠੀਕ ਹੈ ਬੱਚੇ ਪੜ੍ਹਨ ਜੀ ਜੀ ਦੁੱਧ ਜਿਹੜਾ ਦੁੱਧ ਹੀ ਆ ਤੇ ਹੋਰ ਇਹਨਾਂ ਦੀ ਖਿਦਮਤ ਕਰੋ ਇਨਸ਼ਾਅੱਲਾ ਤੇ ਸਾਲ ਦੇ ਵਿੱਚ ਬੱਕਰੀ ਦੇ ਨਾਲ ਬੱਕਰੀ ਸੂ ਬਣਦੀ ਆ ਜਦੋਂ ਮੁੜ ਕੇ ਬੱਕਰੀ ਸੂਣੀ ਆ ਉਹ ਬੱਚੀ ਵੀ ਸੂ ਬਣਦੀ ਹੈ ਨਾਲ ਠੀਕ ਹੈ ਆ ਮਿਹਨਤ ਕਰੀਏ ਤਾਂ ਉਹ ਨਹੀਂ ਵੀ ਚੱਲ ਦੁੱਧ ਵੇਚ ਪੀ ਹੜਿਆ ਤੇ ਉਹਨੂੰ ਆਖਿਆ ਮੰਜੀ ਤੇ ਕਿਉਂ ਚੱਲਣਾ ਜੀ ਜੀ ਇਨਸ਼ਾਅੱਲਾ ਅੱਲਾਹ ਕਰਮ ਕਰੇ ਤੇ ਬੜੀ ਆਮਦਨ ਹੈ ਅੱਲਾਹ ਪਾਕ ਰਹਿਮਤ ਕਰ ਸਿੱਧੀਆਂ ਰਹਿਣ ਠੀਕ ਹੈ ਅੱਲਾਹ ਇਹਨਾਂ ਦੀ ਹਯਾਤੀ ਦੇ ਤੇ ਸਾਡਾ ਤਾਂ ਤਜਰਬਾ ਹੈ ਤੇ ਹੁਣ ਦੁਨੀਆ ਬੜੇ ਬੜੇ ਦੂਰ ਅੱਪੜ ਗਈ ਹੈ ਬਾਦਸ਼ਾਹ ਜੀ ਜੀ ਹਾਂ ਸਾਡੇ ਜ਼ਮਾਨੇ 'ਚ ਹਾਂ ਦੁੱਧ ਨਾਲ ਨਹੀਂ ਪਿਆਰ ਕੀਤਾ ਬੱਚਿਆਂ ਨਾਲ ਕੀਤਾ ਮਾਲ ਸਾਂਭਿਆ ਲੋਕ ਆਖਦੇ ਵੀ ਠੀਕ ਆ ਜਵਾਕਾਂ ਨੂੰ ਦੁੱਧ ਪਿਆਲਦਾ ਅੱਜ ਕੱਲ ਤੇ ਸਮਝੋ ਕਿ ਇਹ ਜਿਹੜਾ ਟ੍ਰੈਂਡ ਹੀ ਚੱਲਦਾ ਪਿਆ ਦੁੱਧ ਵੇਚਦੇ ਨੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਕੁਝ ਦਿਨਾਂ ਦੇ ਜੀ ਹਾਂ। ਕੁਝ ਮਹੀਨਿਆਂ ਦੇ ਉਹ ਵੀ ਵੇਚ ਛੱਡਦੇ ਨੇ ਕੁਝ ਦੋਸਤ ਵੇਚ ਦਿੰਦੇ ਨੇ ਵੇਚਦੇ ਨੇ ਕੁਝ ਦੋਸਤ ਤੇ ਇਹ ਵੀ ਕਹਿੰਦੇ ਨੇ ਕਿ ਜਿਹੜਾ ਸਾਡਾ ਛੋਟਾ ਜਿਹਾ ਆਵੇ ਉਹ 10-15 ਹਜ਼ਾਰ ਦਾ ਵਿਕ ਜਾਂਦਾ ਹੈ ਔਰ ਹੀ ਉਹਨੂੰ ਸਾਲ ਪਾਲ ਕੇ ਤੇ ਬਾਅਦ ਚ 40-50 ਹਜ਼ਾਰ ਦਾ ਵੇਚਨੇ ਆ ਸਾਨੂੰ ਜਿਹੜਾ ਛੋਟਾ ਵੇਚਣਾ ਉਹਦੇ ਚ ਬਚਤ ਬਹੁਤੀ ਹੈ ਬਜਟ ਨੇ ਫਿਰ ਦੁੱਧ ਵੇਚਦੇ ਰਹਿੰਦੇ ਨੇ ਤੇ ਉਹਨਾਂ ਨੂੰ ਬਜਟ ਹੀ ਬਜਟ ਹੈ ਤੇ ਜਿਹੜਾ ਵੱਡਾ ਕਰਕੇ ਉਹ ਤੇ ਫਿਰ ਮਿਹਨਤ ਬੜੀ ਕਰਨੀ ਪੈਂਦੀ ਹੈ ਨਾ ਅੱਛਾ ਨਹੀਂ ਉਹ ਜਿਹੜਾ ਵੱਡਾ ਕਰਨਾ ਹੈ ਉਹਨੂੰ ਦੁੱਧ ਵੀ ਪਿਲਾਣਾ ਉਹਦੇ ਤੇ ਮਿਹਨਤ ਬਹੁਤੀ ਕਰਨੀ ਹੈ ਤੇ ਕੱਲ ਨੂੰ ਬਚਤ ਬਹੁਤੀ ਨਾ ਦੇਦਾ ਦੇਗਾ ਕਿਉਂ ਨਾ ਬਜਟ ਕਿਉਂ ਨਹੀਂ ਦੇਣੀ ਜੇ ਇੱਕ ਚੀਜ਼ ਨੂੰ ਸਾਂਭੀਏ ਪਰਵਰਿਸ਼ ਹੋਏ ਜੀ ਉਹ ਜਵਾਨ ਹੋਏ ਟਾਈਮ ਨਾ ਵਿਕੇ ਤੇ ਪਰਵਰਿਸ਼ ਹੁੰਦਾ ਆਮਦਨ ਨੂੰ ਦੀ ਹੁੰਦੀ ਕਿਉਂ ਨਹੀਂ ਠੀਕ ਹੈ ਤੇ ਇਹ ਜਿਹੜੀ ਮਾਲ ਬੱਕਰੀਆਂ ਨੇ ਇਹ ਪਹਿਲੀ ਦਫਾ ਕਿੰਨੀ ਉਮਰ ਦੀ ਬੱਕਰੀ ਹੋਏ ਤੇ ਉਹਨੂੰ ਕ੍ਰਾਸ ਕਰਵਾਉਣਾ ਚਾਹੀਦਾ
ਵਨ ਦੋ ਲੋ ਸਾਲ। 2 ਸਾਲ ਦੋਂਦੀ ਲੱਗ ਜੇ ਤੇ ਫੇਰ ਹੋਏ ਤੇ ਫੇਰ ਬਣਦੀ ਹੈ ਬੱਕਰੀ। ਜਿਹੜੀ ਦੋਂਦੀ ਹੈ ਉਹਦੀ ਉਮਰ ਕੋਈ ਸਾਲ ਕੁ ਹੁੰਦੀ ਹੈ ਜਾਂ 1.5 ਸਾਲ 1.5 ਸਾਲ ਤੋਂ ਘੱਟ ਹੀ ਹੁੰਦੀ ਹੈ। ਕਿ ਕਿੰਨੀ ਕੁ ਸਵਾ ਹੁੰਦੀ ਕੁ ਸਾਲ ਦੀ ਮੇਰੇ ਖਿਆਲ ਲੱਗ ਜਾਂਦੀ ਹੈ। 13-14 ਮਹੀਨੇ ਦੋਂਦੀ ਲੱਗਦੀ ਹੈ। ਉਹ ਫਿਰ ਪਰਵਰਿਸ਼ ਹੁੰਦੀ ਆ, ਕੱਦ ਵੀ ਹੋ ਜਾਂਦਾ ਬਾਵਾ, ਤੇ ਜਿਹੜੀ ਨਿੱਕੀ ਹੋ ਜਾਣੀ ਆ ਤੇ ਫਿਰ ਉਹ ਟੈਣੀ ਰਹਿਣੀ ਹੈ ਨਾ। ਠੀਕ ਹੈ ਉਹ ਵੀ ਜ਼ਮਾਨਾ ਆ ਗਿਆ ਜਿਹੜਾ ਭਾਈ ਆਹ ਜੋ ਕਹਿੰਦੇ ਨੇ ਬਸ ਬੱਚੇ ਲਈਏ ਬਸ। ਸੂਆ ਲਈਏ। ਕੁਝ ਦੋਸਤ ਸਾਲ 'ਚ 2 ਸੂਏ ਲੈਂਦੇ ਨੇ, 2 ਸੂਏ ਲੈ ਲਏ। ਕੁਝ ਇੱਕ ਲੈਂਦੇ ਨੇ। ਤੁਹਾਡਾ ਤਜਰਬਾ ਕੀ ਕਹਿੰਦਾ, ਇੱਕ ਸੂਆ ਬਿਹਤਰ ਹੈ ਜਾਂ 2 ਬਿਹਤਰ? ਸੂਆ ਬਿਹਤਰ ਹੈ। ਉਹ ਕਿਸ ਤਰੀਕੇ ਬਿਹਤਰ ਹੈ? ਉਹ ਇਸ ਤਰ੍ਹਾਂ ਵੀ ਟਾਈਮ ਨਾਲ ਅਸੀਂ ਬੱਕਰੀਆਂ ਸਾਰੀ ਜ਼ਿੰਦਗੀ ਚ ਆ ਰਹੀਆਂ ਨੇ, ਇੱਕ ਸੂਆ ਲਿਆ ਲੱਗਣੀਆਂ ਸੁੱਕ ਕੱਤੇ ਉਹਨਾਂ ਚੇਤਰ ਫੱਗਣ ਸੂਣਾ, ਦੁੱਧ ਵੀ ਆਮ, ਬੱਚੇ ਪਾਲਣੇ, ਨਾ ਠੰਡ ਹੋਣੀ ਨਾ ਕੋਈ ਗੱਲ, ਤੇ ਉਹ ਗਰਮੀ ਆਉਂਦੇ ਨੂੰ ਪਰਵਿਸ਼ ਹੋ ਜਾਂਦੇ ਨੇ। ਸੂਆ ਫਿਰ ਇੱਕ ਹੀ ਬਿਹਤਰ ਹੈ। ਇੱਕ ਤੇ ਤੁਸੀਂ ਜ਼ਿਕਰ ਕੀਤਾ ਠੰਡ ਦਾ। ਠੰਡ 'ਚ ਇਹਨਾਂ ਦੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀ ਉਹ ਬੜੇ ਮਰਦੇ ਨੇ। ਬੜੀ ਹਿਫਾਜ਼ਤ ਕਰਨੀ ਪੈਂਦੀ। ਉਹ ਕੀ ਹਿਫਾਜ਼ਤ ਕਰਨੀ, ਉਹਨਾਂ ਨੂੰ ਕੀ ਖਿਲਾਣਾ ਪਿਲਾਣਾ ਹੈ, ਉਹਨਾਂ ਨੂੰ ਕਿਸ ਕਿਸਮ ਦਾ ਮਾਹੌਲ ਦੇਣਾ ਹੈ? ਮਾਹੌਲ ਉਹਨਾਂ ਨੂੰ ਦੁੱਧ ਪਿਆਲਣਾ, ਉਹਨਾਂ ਪਾਲੇ ਤੋਂ ਬਚਾਉਣਾ ਹੈ। ਉਹਨਾਂ ਦੀ ਬੜੀ ਹਿਫਾਜ਼ਤ ਹੈ। ਉਹਨਾਂ ਨੂੰ ਠੰਡ 'ਚੋਂ ਬਚਾਉਣਾ, ਅੰਦਰ ਰੱਖਣਾ। ਮੌਸਮ ਐਸਾ ਆ ਜਾਂਦਾ, ਬੱਦਲ ਹੈ, ਧੂੜਾਂ ਪੈਂਦੀਆਂ ਨੇ, ਤੇ ਉਹ ਫਿਰ ਠੰਡ ਨਾਲ ਮਰ ਜਾਂਦੇ ਨੇ। ਠੀਕ ਹੈ। ਤੇ ਬੱਚੇ ਨੂੰ ਜਿਹੜਾ ਹੈ, ਉਹਦੀ ਮਾਂ ਦਾ ਕਿੰਨੇ ਮਹੀਨੇ ਦੁੱਧ ਪਿਲਾਣਾ ਚਾਹੀਦਾ ਹੈ? ਦੁੱਧ ਜਿੰਨਾ ਮਰਜ਼ੀ ਅਸੀਂ ਤੇ ਉਹਨੇ ਸਾਰਾ ਸੂਬਾ ਹੀ ਪੀਂਦੀ ਰਹੇ। 2 ਮਹੀਨੇ ਜਿਹੜਾ ਦੁੱਧ ਪੂਰਾ ਪਿਆ ਦੋ ਸਾਰਾ, ਠੀਕ ਹੈ ਤੇ ਉਹ ਰਲਦਾ ਨਹੀਂ। ਠੀਕ ਹੈ ਫਿਰ ਆਹ ਚੋਣਾ ਪੈਂਦਾ, ਹਰ ਚਾਰਨੀਆਂ ਦਾ ਆਪੇ ਵੀ ਚੋਣਾ ਨਾ, ਜੀ ਜੀ ਲੋੜ ਗੱਜ ਕਰਨੀ, ਸਭ ਕੁਝ ਕਰਨਾ ਪੈਂਦਾ। ਪਰ 2 ਮਹੀਨੇ ਦੁੱਧ ਜਿਹੜਾ ਲਗਾਤਾਰ ਪਿਆਓ, ਉਹ ਜਵਾਕ ਇਨਸ਼ਾਅੱਲਾ ਬੜਾ ਸ਼ਾਰ ਹੋਏਗਾ। ਠੀਕ ਹੈ। ਤੇ ਜਿਹੜੀ ਬੱਕਰੀ ਦੁੱਧੂ ਨਹੀਂ ਢੁਰਦੀ, ਦੁੱਧ ਘੱਟ ਦਿੰਦੀ ਏ, ਉਹਦੀ ਫਿਰ ਕੀ ਸੇਵਾ ਕਰਦੇ ਹੋ? ਉਹਨੂੰ ਕਿਹੜੀ ਕਿਹੜੀ ਚੀਜ਼ ਤੁਸੀਂ ਖਿਲਾਉਂਦੇ ਹੋ? ਦਾਣਾ ਫੱਕਾ ਹੀ ਪਾਣਾ, ਜੋ ਮਰਜ਼ੀ ਪਾਓ, ਦਾਣੇ ਪਾਓ, ਪੱਠੇ ਚੰਗੇ ਪਾਓ, ਉਹਦੀ ਖਿਦਮਤ ਗੋਲ ਜੀ ਜੀ ਦਿਓ। ਠੀਕ ਹੈ। ਅੱਛਾ ਸਰ, ਇੱਕ ਬੜਾ ਅਹਿਮ ਸਵਾਲ ਹੈ, ਇਹ ਜਿਹੜੇ ਗੰਦਮ ਦੇ ਦਾਣੇ ਨੇ, ਇਹ ਕੁਝ ਦੋਸਤ ਕਹਿੰਦੇ ਨੇ ਕਿ ਗਰਮੀ 'ਚ ਭੇ ਕੇ ਪਾਓ, ਇਹ ਕੇ ਪਾਓ। ਕੁਝ ਕਹਿੰਦੇ ਨੇ ਭੇ ਕੇ ਨਾ ਪਾਓ, ਬਾਦੀ ਹੁੰਦੇ ਨੇ। ਤੁਹਾਡਾ ਤਜਰਬਾ ਕੀ ਕਹਿੰਦਾ, ਅਗਰ ਗਰਮੀ 'ਚ? ਤਜਰਬਾ ਜੇ ਬੜੀ ਗੱਲ ਹੈ, ਤੇ ਇੱਕੋ ਵਾਰੀ ਮਾਂ ਦਾਣੇ ਨਾਲ ਧੋ ਲਿਆ, ਧੋ ਕੇ ਉਹਨੂੰ ਸਾਫ਼ ਕਰ ਲਓ, ਪਾਈ ਜੋ, ਕੋਈ ਗੱਲ ਨਹੀਂ। ਅੱਛਾ, ਗਰਮੀ 'ਚ? ਗਰਮੀ 'ਚ ਹੀ ਪਾ ਦਿਓ। ਤੇ ਸਰਦੀ 'ਚ ਸੁੱਕੇ? ਸਰਦੀ 'ਚ ਪਾਈ ਜਾਓ। ਠੀਕ ਹੈ। ਕਣਕ ਨਹੀਂ ਮਾੜੀ ਗਰਮ ਹੁੰਦੀ ਤੇ ਨਾ ਕੁਛ, ਇਹ ਮਾਲ ਨੂੰ ਕੁਛ ਵੀ ਨਹੀਂ ਹੁੰਦਾ। ਅਸੀਂ ਐਵੇਂ ਗੱਲਾਂ ਕੋਲੇ ਵੀ ਨਾਲ ਲਿਆ, ਗਰਮੀ ਹੈ, ਇਹ ਹੋ ਜਾਏਗਾ, ਇਹ ਹੋ ਜਾਏਗਾ। ਜੀ ਜੀ। ਤੇ ਜਦੋਂ ਦਿਨ ਮਾੜੇ ਹੋਣ ਤੇ ਉਦੋਂ ਸਭ ਕੁਝ ਹੋ ਜਾਂਦਾ। ਸਭ ਕੁਝ ਹੀ ਜਾਂਦਾ ਜੀ, ਜੋ ਕਿਸਮਤ 'ਚ ਉਹ ਫਿਰ ਹੋ ਕੇ। ਅੱਛੇ ਹੋਣ ਤੇ ਸਭ ਕੁਝ ਅੱਛਾ ਹੈ। ਠੀਕ ਹੈ। ਹਾਂ, ਤੇ ਹੋਰ ਇਹਨਾਂ ਦਾ ਕੋਈ ਦੇਸੀ ਇਲਾਜ ਦੱਸੋ ਦੇ ਦੋਸਤਾਂ ਨੂੰ ਜਿਹੜੇ। ਦੇਸੀ ਇਲਾਜ ਇਹ ਹੋਈ ਸਾਡੇ ਜ਼ਮਾਨੇ ਤੇ ਕਾਲਾ ਲੂਣ, ਤੁੰਮਾ, ਜਵੈਣ, ਸੋਏ, ਹਾਂਜੀ, ਚਿੱਟਾ ਲੂਣ, ਇਹ ਕੁੱਟਣਾ ਤੇ ਇਹ ਦੇਣਾ। ਅੱਛਾ। ਅਸੀਂ ਸਾਡੇ ਜ਼ਮਾਨੇ 'ਚ ਇਹ ਹਨ, ਤੇ ਹੁਣ ਬਜਾ ਟੀਕਿਆਂ ਦੀ ਗੱਲ ਹੈ, ਸਾਨੂੰ ਪਤਾ ਹੀ ਨਹੀਂ ਕੀ ਲੋਕ ਲਾਉਂਦੇ, ਕੀ ਕਰਦੇ। ਅੱਛਾ। ਆਹ, ਤੇ ਫਿਰ ਤੁਹਾਡਾ ਜ਼ਮਾਨਾ ਜਿਹੜਾ ਜਦੋਂ ਤੁਸੀਂ ਦੇਸੀ ਇਲਾਜ ਕਰਦੇ ਹੋ, ਉਹ ਬਿਹਤਰ ਹੈ ਜਾਂ ਕਿ ਉਹਨਾਂ ਨੂੰ ਟੀਕੇ ਲਾਉਣਾ ਬਿਹਤਰ ਹੈ? ਉਦੋਂ ਜ਼ਮਾਨਾ ਹੋਰ ਸੀ, ਉਦੋਂ ਕਪਾਹ ਹੁੰਦੀਆਂ ਹਨ, ਸਾਨੂੰ ਦੀ ਘੰਡ ਖਾਂਦੀਆਂ ਹਨ, ਸਨੁਕੜੇ ਖਾਂਦੀਆਂ ਹਨ, ਦਰਖਤ ਆਮ ਹੁੰਦਾ, ਕਿੱਕਰ, ਪਿੱਪਲ, ਤੇ ਹੁਣ ਖਾਣਾ ਤੇ ਘਾਹ ਹੈ। ਜੀ ਜੀ। ਤੇ ਹੁਣ ਟੀਕੇ ਨਾਲ ਲਾਉਣ ਤੇ ਕੀ ਕਰਨਾ। ਠੀਕ ਹੈ। ਯਾਨੀ ਕਿ ਅੱਜ ਕੱਲ ਫਿਰ ਦੇਸੀ ਇਲਾਜ ਘੱਟ ਹੋ ਗਏ ਨੇ। ਘੱਟ ਹੋ ਗਏ, ਕਰਦਾ ਹੀ ਕੋਈ ਨਹੀਂ। ਜੀ ਜੀ। ਜੇ ਕਿਸੇ ਨੂੰ ਕੰਡਾ ਚੁੱਭਦਾ ਤੇ ਟੀਕਾ, ਜੇ ਢਿੱਡ ਪੀੜ ਹੈ ਟੀਕਾ, ਸਿਰ ਪੀੜ ਹੈ ਟੀਕਾ। ਟੀਕਾ। ਹੁਣ ਟੀਕੇ ਦੀ ਗੱਲ ਹੈ। ਟੀਕਾ ਆਮ ਹੋ ਗਿਆ ਜੀ। ਹਾਂ। ਠੀਕ ਹੈ। ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ, ਮੁੰਡੇ ਖੁੰਡੇ ਨੇ, ਜਿਹੜੇ ਆ ਕੰਮ ਕਰਨਾ ਚਾਹੁੰਦੇ ਨੇ, ਆ ਪਿੱਛੇ ਇੱਕ ਹੋਰ ਆਏ ਨੇ ਗੋਟ ਫਾਰਮਰ, ਇਹਨਾਂ ਦਾ ਵੀ ਇੰਟਰਵਿਊ ਕਰਨੇ ਆ, ਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਮਸ਼ਵਰਾ ਦਵੋਗੇ? ਇਹਨਾਂ ਨੂੰ ਕੀ ਅੱਗੇ ਪੜ੍ਹੇ ਨੇ ਸਾਨੂੰ ਬਹੁਤੇ। ਉਹ ਤੇ ਉਸਤਾਦ ਨੇ ਜਿਹੜੇ ਵੀਡੀਓ ਵੇਖਦੇ ਨੇ ਪਏ, ਆਹੋ, ਉਹਨਾਂ ਨੂੰ ਕੋਈ ਮਸ਼ਵਰਾ ਦੇ ਦਿਓ। ਉਹਨਾਂ ਨੂੰ ਮਸ਼ਵਰਾ ਉਹ ਵੀ ਆਏ ਤੇ ਉਹ ਵੀ ਕਰਾ ਲੈਣ। ਠੀਕ ਹੈ। ਠੀਕ ਹੈ ਸਰ, ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼। ਤੇ ਅੱਲਾ ਦੀ ਮਿਹਰਬਾਨੀ ਹੈ। ਉਹ ਵੀ ਜਿਹੜੇ ਆਏ ਨੇ ਜੱਦੀ ਬੱਕਰੀਆਂ ਚਾਹਦੇ ਪਿਓ ਦਾਦੇ ਤੋਂ। ਜੀ ਜੀ। ਠੀਕ ਹੈ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਲਾ ਹਾਫਿਜ਼। ਇਹ ਨਹੀਂ ਵੀ ਨਵੀਆਂ ਪਿਓ ਦਾਦੇ ਤੋਂ ਇਹਨਾਂ ਦੀਆਂ ਬੱਕਰੀਆਂ ਮਸ਼ਹੂਰ ਨੇ। ਠੀਕ ਹੈ। ਹਾਂ। ਅੱਲਾ ਹਾਫਿਜ਼।